Like the video, subscribe to the channel and press the bell icon for latest video updates. ਅਗਰ ਸੰਨ 47 ਦੇ ਵਿੱਚ ਇਹ ਵੰਡ ਹੋਈ ਤਾਂ ਉਹਦਾ ਆਧਾਰ ਕੀ ਸੀ? ਮੈਂ ਇਸ ਸਵਾਲ ਤੇ ਆਵਾਂਗਾ। ਜੀ ਉਹਦਾ ਆਧਾਰ ਸੀਗਾ ਕਿ ਜੋ ਮੁਸਲਮਾਨ ਬਹੁ ਗਿਣਤੀ ਹੈ ਜਿਸ ਇਸ ਇਲਾਕੇ ਦੇ ਵਿੱਚ, ਤਾਂ ਉਹਨੂੰ ਵੱਖਰਾ ਦੇਸ਼ ਬਣਾ ਕੇ ਦੇ ਦਿੱਤਾ ਜਾਵੇ। ਇਹ ਇੱਕ ਬਹੁਤ ਹੀ ਇੰਟਰਨੈਸ਼ਨਲ ਕਨਸਪੀਰੇਸੀ ਦਾ ਇਹਦੀ ਬੁਨਿਆਦ ਸੀ। ਅੱਛਾ ਜੀ, ਨਹੀਂ ਉਹ ਕਹਿੰਦੇ ਸੀ ਜਨਾਬ ਸਾਹਿਬ ਨੇ ਮੰਗੀ ਸੀ ਜੇ ਇਦਾਂ ਦੀ ਕੁਝ ਨਹੀਂ। ਅੱਛਾ, ਇਹ ਇੰਟਰਨੈਸ਼ਨਲ ਕਨਸਪੀਰੇਸੀ ਸੀ। ਜਨਾਬ ਤਾਂ ਬਹੁਤ ਹੀ ਲਿਬਰਲ ਬੰਦਾ ਸੀ। ਅੱਛਾ ਮੀਟ ਮੂਟ ਖਾਣ ਵਾਲਾ, ਸਿਗਰਟ ਸ਼ਰਾਬ ਪੀਣ ਵਾਲਾ। ਉਹ ਤਾਂ ਜਿਹੜੇ ਫਨੈਟਿਕ ਮੁਸਲਮਾਨ ਹੈ ਉਹਨਾਂ ਨਾਲ ਉਹਦੀ ਰਾਗੀ ਕੋਈ ਨਹੀਂ ਸੀ ਲੱਗਦੀ। ਇਹ ਵਾ ਤਾਂ ਮੋਸਟ ਮਾਡਰਨ ਮੁਸਲਮਾਨ। ਹਾਂਜੀ ਠੀਕ, ਕੋਈ ਗੱਲ ਹੀ ਕੋਈ ਨਹੀਂ ਸੀਗੀ। ਹਾਂਜੀ, ਜੇ ਚਲੋ ਮੰਨਿਆ ਕਿ ਜਨਾਬ ਦੇ ਉੱਪਰ ਵੀ ਸਾਰੀ ਚੀਜ਼ ਸੁੱਟ ਦਈ ਹੈ, ਹਾਂਜੀ, ਤਾਂ ਇਕੱਲੇ ਪੰਜਾਬ ਤੇ ਬੰਗਾਲ ਦੀ ਵੰਡ ਕਿਉਂ ਕੀਤੀ ਗਈ? ਯੈਸ ਕੋਈ ਫਾਰਮੂਲਾ ਵੀ ਹੋ ਸਕਦਾ ਸੀ। ਅੱਛਾ, ਦੂਸਰੀ ਗੱਲ ਬਾਤ ਹੈ, ਅਗਰ ਤੁਸੀਂ ਹੁਣ ਵੰਡ ਕਰਨ ਚ ਨਹੀਂ ਹੋ, ਹੁਣ ਅਨਫੋਰਚੂਨੇਟਲੀ ਉਸ ਵਕਤ ਜਿਹੜੀ ਹਿੰਦੁਸਤਾਨ ਦੀ ਡੋਮੀਨੇਟਿੰਗ ਪੋਲੀਟੀਕਲ ਫੋਰਸ ਸੀ ਉਹ ਸੀ ਕਾਂਗਰਸ ਐਂਡ ਕਮਿਊਨਿਸਟ ਪਾਰਟੀ ਸੀ। ਹਾਂਜੀ, ਕਾਂਗਰਸ ਪਾਰਟੀ ਬਹੁਤ ਵੱਡਾ ਵਰਗ ਸੀਗਾ, ਜਿਹੜੀ ਕਿ ਕਾਂਗਰਸ, ਜਿਹੜਾ ਮੈਂ ਤੇ ਕਹਾਂਗਾ ਕਿ ਹਿੰਦੁਸਤਾਨ ਦਾ ਜਿਹੜਾ ਮਿਡਲ ਕਲਾਸ ਇੰਟੈਲੈਕਚੁਅਲ ਸੀਗਾ, ਉਹਨੂੰ ਅੰਗਰੇਜ਼ਾਂ ਨੇ ਮਾਰਕਸਿਜ਼ਮ ਪੜ੍ਹਾ ਕੇ ਉਹਨਾਂ ਨੂੰ ਕਮਿਊਨਿਸਟ ਬਣਾਤਾ। ਜਿਹੜੇ ਇੰਨੇ ਇੰਟੈਲੀਜੈਂਟ ਨਹੀਂ ਸੀਗੇ, ਮੈਡੀਓਕਰ ਸੀਗੇ, ਉਹਨਾਂ ਨੂੰ ਕਾਂਗਰਸ ਪਾਰਟੀ ਚਲਾਈ। ਇਹ ਦੋਨੇ ਜਿਹੜੀਆਂ ਪੋਲੀਟੀਕਲ ਆਊਟਫਿਟਸ ਨੇ, ਕਾਂਗਰਸ ਐਂਡ ਕਮਿਊਨਿਸਟ, ਇਹ ਦੋਨਾਂ ਨੂੰ ਹੀ ਬ੍ਰਿਟਿਸ਼ਰਸ ਨੇ ਪੂਰੀ ਤਰ੍ਹਾਂ ਅੰਡਰਗਰਾਉਂਡ ਜਾਂ ਓਪਨਲੀ ਇਹਨਾਂ ਨੂੰ ਪੈਦਾ ਕੀਤਾ, ਸਪੋਰਟ ਕੀਤਾ। ਕਿਉਂ? ਇਹ ਬਹੁਤ ਵੱਡਾ ਨੁਕਤਾ ਹੈ। ਦਰਸ਼ਕੋ, ਹੁਣ ਤੋਂ ਥੋੜੇ ਦਿਨਾਂ ਬਾਅਦ 15 ਅਗਸਤ ਆ ਰਹੀ ਹੈਗੀ ਆ। ਸਾਨੂੰ ਪਤਾ 1947 ਵਿੱਚ ਪਾਰਟੀਸ਼ਨ ਵੇਲੇ ਦੋਨੋਂ ਦੇਸ਼ਾਂ ਵਿੱਚ ਬੜੀ ਕਤਲੇਆਮ ਹੋਈ ਸੀ। ਹੁਣ ਤੁਹਾਡੀ ਮੁਲਾਕਾਤ ਡਾਕਟਰ ਜਸਵੀਰ ਸਿੰਘ ਦੋਸਾਂਝ ਨਾਲ ਇਸ ਕੰਟੈਕਸਟ 'ਚ ਕਰਾ ਰਹੇ ਹੈਗੇ ਆ। ਇਹਨਾਂ ਦੇ ਫਾਦਰ ਸਾਹਿਬ, ਇਹਨਾਂ ਦੀ ਫੈਮਿਲੀ ਉਸ ਅਨਫੋਰਚੂਨੇਟ ਟਾਈਮ ਵਿੱਚ ਜਦੋਂ ਇੱਧਰ ਵਾਪਸ ਆ ਰਹੀ ਸੀ ਤਾਂ ਅਨਫੋਰਚੂਨੇਟਲੀ ਇਹਨਾਂ ਦੇ ਫਾਦਰ ਸਾਹਿਬ ਨੂੰ ਮਾਰ ਦਿੱਤਾ ਗਿਆ, ਜਿਹਨਾਂ ਨੂੰ ਅਜੇ ਤੱਕ ਇਹਨਾਂ ਦੇ ਮਨ ਵਿੱਚ ਬੜੀ ਮਾਨਸਿਕ ਪੀੜਾ ਗੁਜ਼ਰ ਰਹੀ ਹੈਗੀ ਆ। ਇਸ ਪਾਰਟੀਸ਼ਨ ਨੇ ਕੀ ਦਿੱਤਾ ਹੈਗਾ, ਕੁਛ ਦਿੱਤਾ ਵੀ ਕਿ ਐਵੇਂ ਉਹ ਸ਼ੋਸ਼ੇਬਾਜ਼ੀ ਸੀ, ਸਾਰਾ ਡਿਸਕਸ ਕਰਾਂਗੇ। डॉक्टर साहब, साडे प्रोग्राम में बहुत बहुत स्वागत हैगा। प्यारे दर्शकों, आप सबके भीतर स्वयं प्रकाशमान आदि शक्ति को मेरा प्रणाम। थैंक यू डॉक्टर साहब। डॉक्टर साहब, ये ਜਦੋਂ ਵੀ ਮੈਂ ਇਸ ਤਰ੍ਹਾਂ ਦੀ ਕਰਦਾ ਹੈ ਤਾਂ ਦੁੱਖ ਦੀ ਰਗ ਤੇ ਹੱਥ ਰੱਖਣ ਵਾਲੀ ਗੱਲ, ਬੜਾ ਅਨਫੋਰਚੂਨੇਟ ਪੀਰੀਅਡ। ਕੀ ਦੱਸਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ? ਪਹਿਲੀ ਗੱਲ ਤਾਂ ਪਾਰਸ ਸਾਹਿਬ ਇਹ ਹੈਗੀ ਆ ਕਿ ਇਸ ਜੀਵਨ ਦੇ ਵਿੱਚ ਜੋ ਕੁਝ ਵੀ ਵਾਪਰਦਾ, ਹਾਂਜੀ, ਇਹ ਬਹੁਤ ਮਿਸਟੀਰੀਅਸ ਫਿਨੋਮਨਾ। ਹਾਂਜੀ, ਅਸੀਂ ਬਾਹਰਮੁਖੀ ਵਰਤਾਰੇ ਵਿੱਚ ਜਿਵੇਂ ਵਿਚਰਦੇ ਹਾਂ, ਤਾਂ ਇੱਕ ਚੀਜ਼ ਦਾ ਅਸੀਂ ਧਾਰਨਾ ਬਣਾ ਲੈਂਦੇ ਹਾਂ, ਹਾਂਜੀ, ਇਹ ਸਭ ਕੁਝ ਅਸੀਂ ਕਰ ਰਹੇ ਹਾਂ। ਲੇਕਿਨ जो मेरी फील्ड है, जो थोड़ा सा प्रभु ने जो भी उसकी ग्रेस के नाल भारतीय दर्शन विचों जो कुछ भी, जो गुरु की कृपा नाल जो कुछ भी थोड़ा जिहा ज्ञान प्राप्त होया, उसकी रोशनी विच पहले तो मैं ये गल क्लीयर कर देनी चाहना कि ये जो कुछ भी इस अस्तित्व विच, इस कायनात, इस संसार च वापरदा, हाँ जी, ਉਹ ਅਕਾਰਨ ਨਹੀਂ ਹੁੰਦਾ, ਉਹ ਬੇਮਕਸਦ ਨਹੀਂ ਹੁੰਦਾ। ਉਹਦੇ ਪਿੱਛੇ ਇੱਕ ਬਹੁਤ ਹੀ ਜ਼ਬਰਦਸਤ ਮਿਸਟੀਰੀਅਸ ਫਿਨੋਮਨਾ ਹੈ। ਹਾਂਜੀ, ਹਾਂਜੀ, ਹਾਂ, ਇੰਨੀ ਗੱਲ ਜ਼ਰੂਰ ਹੈਗੀ ਆ ਕਿ ਉਸ ਫਿਨੋਮਨਾ ਦੇ ਤਹਿਤ ਜਿਹੜੀ ਦੋ ਕਿਰਿਆਵਾਂ ਨੇ, ਇੱਕ ਬਣਤਰ ਦੀ ਕਿਰਿਆ ਤੇ ਇੱਕ ਟੁੱਟ ਭੱਜ ਦੀ ਕਿਰਿਆ, ਹਾਂਜੀ, ਕੰਸਟਰਕਸ਼ਨ ਐਂਡ ਡਿਸਟਰਕਸ਼ਨ, विकास ते विनाश, हाँ जी, ये दोवें चीज़ां इकट्ठियां चलदियां। हाँ जी, पर समटाइम्स की हुंदा कि मैं होर बहुती व्याख्या नहीं डिटेल जावांगा, पर इन्ना जरूर दसांगा कि ये जो भी दो क्रियावां ने,
ਇਹ ਨੈਗੇਟਿਵ ਐਂਡ ਪੋਜ਼ਿਟਿਵ ਫੋਰਸਿਸ ਦੇ ਉੱਪਰ ਖੜੀਆਂ। ਹਾਂਜੀ ਐਂਡ ਨੈਗੇਟਿਵ ਫੋਰਸਿਸ ਦਾ ਇੱਕ ਜੋ ਥਿਊਰੀ ਆਫ ਰਿਲੇਟਿਵਿਟੀ ਹੈ ਜਿਹਨੂੰ ਮਾਡਰਨ ਸਾਇੰਸ ਵਿੱਚ ਆਇਨਸਟਾਈਨ ਨੇ ਪੇਸ਼ ਕੀਤਾ, ਇਹ ਕੋਈ ਮਾਡਰਨ ਨਹੀਂ। ਥਿਊਰੀ ਆਫ ਰਿਲੇਟਿਵਿਟੀ ਤਾਂ ਸਾਡੇ ਭਾਰਤੀ ਦਰਸ਼ਨ ਵਿੱਚ ਲੱਖਾਂ ਸਾਲਾਂ ਤੋਂ ਇਹ ਜੀਵਨ ਦੇ ਜੋ ਦਵੰਦ ਦੇ ਪਹਿਲੂ ਨੇ, ਇਹਨਾਂ ਦੀ ਜੋ ਰਿਲੇਟਿਵ ਹੈ, ਸਪੇਖਮਈ ਜੋ ਇਹਨਾਂ ਦੋਵਾਂ ਦਾ ਰਿਸ਼ਤਾ ਹੈ, ਇਹਦੇ ਉੱਪਰ ਇਹ ਸਾਰੇ ਦਾ ਸਾਰਾ ਸਥਿਤ ਖੜਾ। ਬੜੀ ਤੁਹਾਡੇ ਪੇਰੈਂਟਸ ਨੇ, ਤੁਹਾਡੇ ਪਿਤਾ ਜੀ ਨੇ, ਤੁਹਾਡੇ ਦਾਦਾ ਜੀ ਨੇ, ਫੈਮਿਲੀ ਨੇ ਉੱਥੇ ਤੁਸੀਂ ਮੈਨੂੰ ਦੱਸ ਰਹੇ ਸੀ ਮਿਹਨਤ ਕੀਤੀ। ਹਾਂਜੀ, ਬੜਾ ਕੁਝ ਮੈਂ ਆਵਾਂਗਾ, ਮੈਂ ਆ ਰਿਹਾ, ਮੈਂ ਉਸ ਪਾਸੇ ਨੂੰ ਆ ਉਹਦੇ ਰਿਹਾ, ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ। ਕਿਉਂਕਿ ਫਿਰ ਤਾਂ ਜਨਰਲ ਗੱਲਬਾਤ ਹੋ ਜਾਏਗੀ ਜੇ ਸਾਨੂੰ ਚੀਜ਼ ਦੇ ਸੰਸਾਰ ਦੇ ਵਤਾਰੇ ਦਾ ਪਿਛੋਕੜ ਨਹੀਂ ਪਤਾ। ਜੀ ਜੀ ਜੀ, ਹਾਂਜੀ। ਕਿਉਂਕਿ ਜਦ ਤੁਸੀਂ ਡਾਕਟਰ ਦਸਾਂਝ ਨਾਲ ਗੱਲਬਾਤ ਕਰੋਗੇ ਤਾਂ ਉਹ ਫਿਰ ਆਮ ਤੌਰ ਦੇ ਉੱਪਰ ਮੈਜੋਰਟੀ ਸਾਡੀਆਂ ਡਿਸਕਸ਼ਨਸ ਬਾਹਰ ਨੁਕਤਾ ਤੱਕ, ਸੰਸਾਰ ਤੱਕ ਸੀਮਿਤ ਰਹਿੰਦੀਆਂ। ਜੀ ਜੀ ਜੀ। ਐਂਡ ਉਹਨੂੰ ਹੀ ਅਸੀਂ ਇੱਕ ਸਮ ਸੌਰਟ ਆਫ ਕਹਿ ਲਈਏ ਕਿ ਪੋਲੀਟੀਕਲ ਰੰਗਤ ਦੇ ਕੇ ਉਹਦੇ ਵਿੱਚੋਂ ਸਾਨੂੰ ਇੱਕ ਰਸ ਮਿਲਦਾ ਰਹਿੰਦਾ। ਜੀ ਜੀ ਜੀ, ਹਾਂਜੀ। ਪਰ ਡਾਕਟਰ ਦਸਾਂਝ ਉਸ ਕੈਟਾਗਰੀ ਦਾ ਵਿਅਕਤੀ ਨਹੀਂ। ਹਾਂਜੀ। ਉਹ ਥੋੜੀ ਜਿਹੀ ਗਹਿਰਾਈ ਵਿੱਚ ਇਸ ਨੂੰ ਲਵੇਗਾ ਕਿ ਇਹ ਵਰਤਾਰੇ ਕਿਉਂ ਵਾਪਰਦੇ ਨੇ। ਹਾਂਜੀ। ਇਹ ਸੰਨ 47 ਵਰਗੇ, ਵਰਲਡ ਵਾਰ ਵਰਗੇ, 84 ਵਰਗੇ ਵਰਤਾਰੇ ਕਿਉਂ ਵਾਪਰਦੇ ਨੇ। ਹਾਂਜੀ। ਉਹਦੀ ਮੈਂ ਇੰਨੀ ਕਿ ਤੁਹਾਨੂੰ ਇੰਟਰੋਡਕਸ਼ਨ ਦੇਣੀ ਚਾਹਾਂਗਾ ਕਿ ਇਹ ਜਿਹੜੇ ਨੈਗੇਟਿਵ ਪੋਜ਼ਿਟਿਵ ਫੋਰਸਿਸ ਦੀ ਆਪਸੀ ਇੱਕ ਰਿਲੇਟਿਵ ਰੇਸ਼ੋ ਹੈ। ਹਾਂਜੀ। ਜਦੋਂ ਇਹ ਡਿਸਟਰਬ ਹੋ ਜਾਂਦੀ ਹੈ ਤਾਂ ਸਥਿਤਵ ਆਪਣਾ ਬੈਲੈਂਸ ਰੱਖਣ ਵਾਸਤੇ ਇਹੋ ਜਿਹੇ ਵਰਤਾਰਿਆਂ ਨੂੰ ਜਨਮ ਦਿੰਦੀ ਹੈ। ਇਹ ਬੇਸ ਹੈ। ਇਸ ਬੇਸ ਦੀ ਰੋਸ਼ਨੀ ਦੇ ਵਿੱਚ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਲੇਕਿਨ ਉਹ ਕੀ ਫੈਕਟਰ ਹੋਏ ਜਿਹੜੇ ਕਿ ਨੈਗੇਟਿਵ ਫੋਰਸਿਸ ਨੂੰ ਬਹੁਲਤਾ ਦੇ ਦਿੰਦੇ ਨੇ, ਜਿਹਦੇ ਵਿੱਚ ਡੋਮੀਨੈਂਟ ਨੈਗੇਟਿਵ ਫੈਕਟਰ ਆ ਜਾਂਦਾ ਆ, ਰਿਸੈਸਿਵ ਰਹਿ ਜਾਂਦਾ ਹੈਗਾ ਆ ਪੋਜ਼ਿਟਿਵ ਫੈਕਟਰ। ਦੈਵੀ ਸ਼ਕਤੀ ਪਿੱਛੇ ਰਹਿ ਜਾਂਦੀ ਹੈਗੀ ਆ, ਦਾਨਵ ਸ਼ਕਤੀ ਨੈਗੇਟਿਵ ਫੋਰਸ ਮੋਰੇ ਆ ਜਾਂਦੀ ਹੈਗੀ ਆ। ਜਦੋਂ ਸੰਸਾਰ 'ਚ ਇਹੋ ਜਿਹੀ ਚੀਜ਼ ਹੁੰਦੀ ਹੈਗੀ ਆ ਤਾਂ ਉਸ ਵਕਤ ਆਉਣ ਕਰੋਨਾ ਵੀ ਇਹੀ ਚੀਜ਼ ਹੈ। ਜਿੱਥੇ ਕਿਤੇ ਵੀ ਤੁਹਾਨੂੰ ਹੋਏ ਨੈਚੁਰਲ ਕਲੈਮਿਟੀਜ਼ ਆਉਣਗੀਆਂ, ਬਰਬਾਦੀ ਹੋਵੇਗੀ, ਵਾਰਸ ਲੱਗਣਗੀਆਂ, ਉੱਥੇ ਉੱਥੇ ਹੀ ਡੋਮੀਨੈਂਸ ਆਫ ਦਾ ਦਾਨਵ ਫੋਰਸਿਸ, ਨੈਗੇਟਿਵ ਫੋਰਸਿਸ ਜਦੋਂ ਜ਼ਿਆਦਾ ਹੋ ਜਾਂਦੀਆਂ ਨੇ ਤਾਂ ਉਸ ਵਕਤ ਕੁਦਰਤ ਆਪਣਾ ਸੰਤੁਲਨ ਕਾਇਮ ਕਰਨ ਲਈ ਇਹੋ ਜਿਹੀਆਂ ਚੀਜ਼ਾਂ ਕਰਦੀ। ਮੇਰੇ ਜੱਜ 'ਚ ਇਹ ਬੇਸ ਹੈ ਜੀਵਨ ਦੇ ਵਿੱਚ ਇਹ ਸਾਰੇ ਪ੍ਰਕਾਰ ਦੀਆਂ ਲੜਾਈਆਂ ਪੜਾਈਆਂ ਦਾ। ਜੀ ਜੀ ਜੀ, ਹਾਂਜੀ ਹਾਂਜੀ। ਹੁਣ ਆਪਾਂ ਆਉਂਦੇ ਹੈਗੇ ਹਾਂ ਇਸ ਸੰਨ 47 ਦੀ ਪਾਰਟੀਸ਼ਨ ਵਾਲਾ। ਹਾਂਜੀ। ਮੇਰੇ ਦਾਦਾ ਜੀ, ਹਾਂਜੀ, ਸਰਦਾਰ ਰਤਨ ਸਿੰਘ, ਐਂਡ ਦਾਦਾ ਜੀ ਦੇ ਬ੍ਰਦਰ ਸਨ ਵੱਡੇ ਸਰਦਾਰ ਕਰਤਾਰ ਸਿੰਘ। ਸੋ ਸਰਦਾਰ ਕਰਤਾਰ ਸਿੰਘ ਤਾਂ ਅਕਾਲੀ ਲੀਡਰ ਸੀਗੇ, ਮਾਸਟਰ ਤਾਰਾ ਸਿੰਘ ਦੇ ਨਾਲ ਉਹਨਾਂ ਦੇ ਬਹੁਤ ਅੱਛੇ ਸੰਬੰਧ ਸੀਗੇ। ਐਂਡ ਉਹਨਾਂ ਵਕਤਾਂ 'ਚ ਉਹ ਮੇਰਾ ਖਿਆਲ ਹੈ ਕਿ ਕੁਛ ਐਜੂਕੇਸ਼ਨ ਵੀ ਉਹਨਾਂ ਨੇ ਪ੍ਰਾਪਤ ਕੀਤੀ ਸੀ। ਹਾਂਜੀ। ਜਿਹਦੇ ਕਰਕੇ ਉਹਨਾਂ ਨੂੰ ਇੱਕ ਆਨਰੇਰੀ ਐਡਵੋਕੇਟ ਦੀ ਜਾਂ ਆਨਰੇਰੀ ਕੋਈ ਮੈਜਿਸਟ੍ਰੇਟ ਦਾ ਉਹਨਾਂ ਨੂੰ ਅਹੁਦਾ ਵੀ ਮਿਲਿਆ ਹੋਇਆ ਸੀਗਾ। ਅੱਛਾ ਅੱਛਾ, ਹਾਂਜੀ। ਸੋ ਸਰਦਾਰ ਕਰਤਾਰ ਸਿੰਘ ਅਤੇ ਸਰਦਾਰ ਰਤਨ ਸਿੰਘ ਇਹ ਸਾਡੇ ਦੁਸਾਂਝ ਕਲਾਂ ਪਿੰਡ ਤੋਂ ਉੱਠ ਕੇ ਤੇ ਹੁਣ ਵੀ ਪਿੱਛੇ ਮੈਂ ਉੱਥੇ ਇੱਕ ਵਾਰੀ ਕੈਂਪ ਲਾਇਆ ਸੀਗਾ। ਦੁਸਾਂਝ ਕਲਾਂ ਜਿਹੜਾ ਗੁਰਦੁਆਰਾ ਹੈ ਸਾਹਮਣੇ ਗਲੀ ਵਿੱਚ ਅਗਲੇ, ਉੱਥੇ ਸਾਡਾ ਘਰ ਹੁੰਦਾ ਸੀ। ਹਾਂਜੀ। ਇਹ ਸਾਨੂੰ 1911-12 ਦੀ ਕੋਈ ਗੱਲਬਾਤ ਹੋਵੇਗੀ ਜਦੋਂ ਕਿ ਸਾਡਾ ਪਰਿਵਾਰ ਇੱਥੋਂ ਉੱਠ ਕੇ, ਤੇ ਕਿਉਂਕਿ ਕੈਨਾਲ ਕਲੋਨੀਜ਼ ਜਿਹੜੀਆਂ ਅੰਗਰੇਜ਼ ਹਕੂਮਤ ਨੇ ਉਸਾਰੀਆਂ ਸੀਗੀਆਂ, ਨਹਿਰਾਂ ਉੱਥੇ ਕੱਢ ਕੇ ਇਹਨਾਂ ਨੇ, ਹਾਂਜੀ, ਤੋਂ ਉੱਥੇ ਵਿੱਚ ਇਹ ਸਾਰਾ ਇਹ ਜੰਗਲੀ ਇਲਾਕਾ ਸੀ, ਇਹਨੂੰ ਆਬਾਦ ਕਰਨ ਵਾਸਤੇ ਇਹਨਾਂ ਨੇ ਮਾਝੇ ਤੇ ਦੁਆਬੇ ਦੇ ਕਿਸਾਨਾਂ ਨੂੰ ਬਹੁਤ ਇਨਸੈਂਟਿਵ ਦਿੱਤੇ ਸੀਗੇ। ਹਾਂਜੀ। ਉਹਨਾਂ ਇਨਸੈਂਟਿਵ ਦੇ ਤਹਿਤ ਮੇਰੇ ਗ੍ਰੈਂਡਫਾਦਰ ਵੀ ਗਏ, ਜ਼ਮੀਨਾਂ ਲਈਆਂ, ਔਰ ਜਦੋਂ ਕੋਈ ਹਵੇਲੀਆਂ ਦੀ ਬਣਤਰ ਸ਼ੁਰੂ ਹੋਈ, ਜ਼ਮੀਨਾਂ ਦੀ ਡਿਵੈਲਪਮੈਂਟ ਸ਼ੁਰੂ ਹੋਈ, ਤਾਂ ਉਦੋਂ ਮੇਰੇ ਪਿਤਾ ਜੀ ਤਕਰੀਬਨ ਸਰਦਾਰ ਨਿਰੰਜਨ ਸਿੰਘ ਉਹ ਤਕਰੀਬਨ 2-2.5 ਸਾਲ ਦੇ ਸੀਗੇ। ਅੱਛਾ ਜੀ। ਅਤੇ 13-14 ਦੀ ਗੱਲਬਾਤ ਹੋਵੇਗੀ। ਹਾਂਜੀ ਹਾਂਜੀ ਹਾਂਜੀ। ਤਾਂ ਉਸ ਤੋਂ ਬਾਅਦ ਸਾਡਾ ਇਹ ਪਰਿਵਾਰ ਉੱਥੇ ਆਪਣੇ ਸਰਦਾਰ ਕਰਤਾਰ ਸਿੰਘ ਹੁਣਾਂ ਦਾ, ਉਹਨਾਂ ਦੀ ਤਾਂ ਤਕਰੀਬਨ ਆਉਣੀ ਜਾਣੀ ਰਹਿੰਦੀ ਹੁੰਦੀ ਸੀ, ਕਦੇ ਇੱਧਰਲੇ ਪੰਜਾਬ ਆਵੇ, ਕਿਉਂਕਿ ਲੀਡਰ ਟਾਈਪ ਬੰਦੇ ਸੀਗੇ। ਹਾਂਜੀ। ਲੇਕਿਨ ਉਹਨਾਂ ਦਾ ਵੀ ਇੱਕ ਲੜਕਾ ਸੀ ਸਰਦਾਰ ਹਰਭਜਨ ਸਿੰਘ। ਅੱਛਾ ਜੀ। ਸੋ ਦੋਨੇ ਪਰਿਵਾਰ ਉਸ ਚੱਕ ਨੰਬਰ 111/12
ਤਹਿਸੀਲ ਚੀਚਾ ਪਤਨੀ ਮਿੰਟਗੁਮਰੀ ਡਿਸਟ੍ਰਿਕਟ ਦੇ ਵਿੱਚ ਇਹਨਾਂ ਨੂੰ ਇਹ ਜ਼ਮੀਨ ਉੱਥੇ ਅਲਾਟ ਹੋਈ ਸੀਗੀ। ਕੁਝ ਹੋਰ ਇਨਸੈਂਟਿਵ ਸੀਗੇ, ਉਹਨਾਂ ਨੂੰ ਇਨਸੈਂਟਿਵ ਅਵੇਲ ਕਰਕੇ ਇਹਨਾਂ ਨੇ ਉੱਥੇ ਚੌਖੀ ਜ਼ਮੀਨ ਬਣਾ ਲਈ। ਔਰ ਬੜੀ ਤਕਰੀਬਨ ਮੈਂ ਕਹਾਂਗਾ ਕਿ 1920 ਤੋਂ ਲੈ ਕੇ 1947 ਤੱਕ ਇਹ ਜਿਹੜੇ 27-28 ਸਾਲ ਸੀਗੇ, ਇਹ ਇੱਕ ਬਹੁਤ ਹੀ ਐਗਰੀਕਲਚਰ ਪੱਖੋਂ ਪ੍ਰੋਸਪੈਰਸ ਮਤਲਬ ਮਿਹਨਤ ਵੀ ਕੀਤੀ ਤੇ ਪ੍ਰੋਸਪੈਰਿਟੀ ਵੀ ਖੱਟੀ ਹੈ। ਪ੍ਰੋਸਪੈਰਿਟੀ ਵੀ ਇਹਨਾਂ ਨੇ ਖੱਟੀ। ਹਾਂਜੀ। ਤੋ ਵੈਸੇ ਤਾਂ ਕੋਈ ਇਹ ਨਹੀਂ ਮੈਂ ਕਹਿ ਸਕਦਾ ਕਿ ਧਰਤੀ ਤਾਂ ਸਭ ਦੀ ਮਾਂ ਹੈ। ਹਾਂਜੀ ਹਾਂਜੀ। ਚਾਹੇ ਉਹ ਧਰਤੀ ਐਗਰੀਕਲਚਰ ਲੈਂਡ ਦੁਸਾਂਝ ਕਲਾਂ ਪਿੰਡ ਵਿੱਚ ਹੈ ਜਾਂ ਨਾਲ ਦੇ ਪਿੰਡ ਲਾਦੀਆਂ 'ਚ ਹੈ, ਚਾਹੇ ਉਹ ਮਿੰਟਗੁਮਰੀ ਜਾਂ ਲਹਿਲਪੁਰ ਜਾਂ ਕਿਤੇ ਹੋਰ ਵੀ ਹੈ, ਧਰਤੀ ਤਾਂ ਧਰਤੀ ਹੈ। ਹਾਂਜੀ ਹਾਂ। ਤੇ ਲੇਕਿਨ ਫਿਰ ਵੀ ਵਿਅਕਤੀ ਜਿੱਥੋਂ ਰੋਟੀ ਖਾਂਦਾ, ਜਿੱਥੇ ਥੋੜੀ ਬਹੁਤੀ ਪ੍ਰੋਸਪੈਰਿਟੀ ਨੂੰ ਇੰਜੋਏ ਕਰਦਾ, ਉਸ ਨੂੰ ਉਹਦਾ ਮੋਹ ਤਾਂ ਹੁੰਦਾ ਹੀ ਆ। ਬਿਲਕੁਲ ਠੀਕ ਹੈ। ਤੋ ਉਹਦੇ ਨਾਲ ਨਾਲ ਉਹਦਾ ਮਨੁੱਖ ਦੀ ਹੰਕਾਰ ਪੂਰਤੀ ਵੀ ਹੁੰਦੀ ਹੈ ਕਿ ਦੇਖੋ ਜੀ ਮੈਂ 6-7 ਏਕੜ ਜ਼ਮੀਨ ਤੋਂ ਉੱਠ ਕੇ 150 ਏਕੜ ਜ਼ਮੀਨ ਬਣਾ ਲਈ, 160 ਏਕੜ ਜ਼ਮੀਨ। ਥੋੜਾ ਕਿਸਾਨ ਨੂੰ ਹੰਕਾਰ ਵੀ ਆਉਂਦਾ ਹੈਗਾ, ਪ੍ਰੋਸਪੈਰਿਟੀ ਵੀ ਆਉਂਦੀ ਹੈਗੀ ਆ। ਹਾਂਜੀ ਹਾਂਜੀ। ਸੋ ਇਸ ਤਰੀਕੇ ਨਾਲ ਇਹ ਮੇਰੇ ਉੱਥੇ ਪਰਿਵਾਰ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਸੀ। ਹਾਂਜੀ। ਔਰ ਕਦੇ ਉਹਨਾਂ ਨੇ ਵਿਸ਼ਵਾਸ ਹੀ ਨਹੀਂ ਸੀਗਾ ਕਿ ਇਹ ਸਾਰਾ ਕੁਛ ਉੱਜੜ ਜਾਏਗਾ। ਦੂਸਰੀ ਤਰਫ ਮੇਰੇ ਨਾਨਕਾ ਪਰਿਵਾਰ ਨੇ ਵੀ, ਉਹਨਾਂ ਦਾ ਚੱਕ ਨੰਬਰ ਸੀਗਾ 195। ਮਿੰਟਗੁਮਰੀ ਡਿਸਟ੍ਰਿਕਟ ਹੀ ਸੀ। ਉੱਥੇ ਮੇਰੇ ਨਾਨਾ ਜੀ ਸਰਦਾਰ ਪ੍ਰੀਤਮ ਸਿੰਘ ਸੀਗੇ। ਤੋ ਉਹਨਾਂ ਨੇ ਉੱਥੇ ਵੀ ਆਪਣੀ ਜ਼ਮੀਨ ਚੰਗੀ ਸਟੈਬਲਿਸ਼ ਕੀਤੀ। ਸੋ ਜਿਹੜੀ ਇਕਨੋਮਿਕ ਪ੍ਰੋਸਪੈਰਿਟੀ ਸੀ, ਐਗਰੀਕਲਚਰ ਲੈਂਡ ਦੇ ਵਿੱਚੋਂ ਇੱਕ ਜੁੜਿਆ ਹੋਇਆ ਕਿਸਾਨ ਦਾ ਇੱਕ ਆਪਣਾ ਸ਼ੌਕ ਹੈ, ਆਪਣਾ ਐਸਪੀਰੇਸ਼ਨਸ ਨੇ, ਉਹਦੀ ਮੰਜ਼ਿਲ ਹੀ ਹੈ ਕਿਸਾਨ ਦੀ ਕਿ ਮੈਂ ਖੇਤੀ ਕਰਨੀ ਹੈਗੀ ਆ। ਸੋ ਜਦੋਂ ਥੋੜਾ ਜਿਹਾ ਫਲ ਦਿੰਦੀ ਹੈ ਤਾਂ ਉਸ ਦੇ ਨਾਲ, ਉਸ ਜ਼ਮੀਨ ਦੇ ਨਾਲ ਮੋਹ ਹੋਣਾ ਤਾਂ ਲਾਜ਼ਮੀ ਹੈ। ਬਿਲਕੁਲ ਬਿਲਕੁਲ। ਸੋ ਇਹ ਸਮਝ ਨਹੀਂ ਆਈ ਕਿ ਸੰਨ 47 ਦੀ ਇਹ ਪਾਰਟੀਸ਼ਨ, ਇਸ ਅਖੰਡ ਭਾਰਤ ਦੀ ਪਾਰਟੀਸ਼ਨ ਕਰਨ ਦੀ ਜ਼ਰੂਰਤ ਕੀ ਪਈ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਇਹ 3 ਹਿੱਸਿਆਂ ਦੇ ਵਿੱਚ ਇਹਨੂੰ ਵੰਡਿਆ ਗਿਆ। ਹਾਂਜੀ। ਹੈਰਾਨੀ ਵਾਲੀ ਗੱਲਬਾਤ ਇਹ ਹੈਗੀ ਆ ਕਿ ਬੰਗਾਲ ਦੇ ਵਿੱਚ ਤਾਂ ਵੰਡ ਪਹਿਲਾਂ ਵੈਸੇ ਹੋ ਚੁੱਕੀ ਸੀ। ਉਹ ਤਾਂ ਪਹਿਲਾਂ ਹੀ ਵੰਡਿਆ ਗਿਆ। ਲਾਰਡ ਕਰਜ਼ਨ ਨੇ 1900 ਦੇ ਵਿੱਚ ਕਰਜ਼ਨ ਨੇ ਈਸਟ ਤੇ ਵੈਸਟ ਕਰ ਦਿੱਤੇ ਸੀਗੇ। ਹਾਂਜੀ। ਲੇਕਿਨ ਉਹ ਵੰਡ ਵੀ ਜਿਹੜੀ ਸੀਗੀ ਕਿਸੇ ਹੱਦ ਤੱਕ ਠੀਕ ਸੀ, ਕਿਉਂਕਿ ਉਹ ਐਡਮਿਨਿਸਟ੍ਰੇਟਿਵ ਫੈਸਿਲਿਟੀਜ਼ ਵਾਸਤੇ ਵੰਡ ਸੀਗੀ। ਬਿਲਕੁਲ ਠੀਕ ਹੈ। ਉਸ ਐਡਮਿਨਿਸਟ੍ਰੇਟਿਵ ਦੇ ਪ੍ਰੋਬਲਮ ਨੂੰ ਦੇਖਦੇ ਹੋਏ ਜਿਹੜੇ ਈਸਟ ਬੰਗਾਲ ਬਣਾਇਆ ਗਿਆ ਸੀਗਾ, ਉਹ ਵਿੱਚ ਹਿੰਦੂ ਪੂਰੀ ਤਰ੍ਹਾਂ ਸਲਾਮਤ ਸੀਗੇ। ਉਦੋਂ ਮਤਲਬ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਆਈ ਜ਼ਿਆਦਾ। ਹਾਂਜੀ ਹਾਂ, ਠੀਕ ਠੀਕ। ਉਸੇ ਪੈਟਰਨ ਦੇ ਉੱਪਰ ਇੱਧਰ ਕੋਸ਼ਿਸ਼ ਹੁੰਦੀ ਰਹੀ ਕਿ ਪੰਜਾਬ ਬਹੁਤ ਵੱਡਾ ਸੂਬਾ ਹੈਗਾ ਆ, ਇਹਨੂੰ ਐਡਮਿਨਿਸਟ੍ਰੇਸ਼ਨ ਦੇ ਤੌਰ ਦੇ ਉੱਪਰ ਕਿਵੇਂ ਸੰਭਾਲਿਆ ਜਾਵੇ। ਬੜੀਆਂ ਵਿਚਾਰਾਂ ਹੋਈਆਂ ਕਿ ਇਹਦੇ ਵਿੱਚ ਵੀ ਈਸਟ ਪੰਜਾਬ, ਵੈਸਟ ਪੰਜਾਬ, ਕਦੇ ਕੋਈ ਕਨਫੈਡਰੇਸ਼ਨ ਬਣਾਈ ਜਾਵੇ, ਕਦੇ ਫਲਾਣਾ। ਬੜੀਆਂ ਚੀਜ਼ਾਂ ਹੈਗੀਆਂ। ਬਟਵਾਰੇ ਤੋਂ ਪਹਿਲਾਂ ਇਸ ਪੰਜਾਬ ਨੂੰ ਕਿੱਦਾਂ ਸਾਂਭਿਆ ਜਾਵੇ, ਇਹਦੇ ਉੱਪਰ ਬੜੇ ਵਿਚਾਰ ਹੁੰਦੇ ਰਹੇ ਸੀਗੇ। ਲੇਕਿਨ ਇਹ ਵੰਡ ਨਹੀਂ ਉਸ ਵਕਤ ਹੋ ਸਕੀ। ਐਨੀਵੇ, ਅਗਰ ਸੰਨ 47 ਦੇ ਵਿੱਚ ਇਹ ਵੰਡ ਹੋਈ ਤਾਂ ਉਹਦਾ ਆਧਾਰ ਕੀ ਸੀ? ਮੈਂ ਇਸ ਸਵਾਲ ਤੇ ਆਵਾਂਗਾ। ਜੀ ਜੀ ਜੀ। ਉਹਦਾ ਆਧਾਰ ਸੀਗਾ ਕਿ ਜੋ ਮੁਸਲਮਾਨ ਬਹੁ ਗਿਣਤੀ ਹੈ ਜਿਸ ਇਲਾਕੇ ਦੇ ਵਿੱਚ, ਤਾਂ ਉਹਨੂੰ ਵੱਖਰਾ ਦੇਸ਼ ਬਣਾ ਕੇ ਦੇ ਦਿੱਤਾ ਜਾਵੇ। ਇਹ ਇੱਕ ਬਹੁਤ ਹੀ ਇੰਟਰਨੈਸ਼ਨਲ ਕਨਸਪੀਰੇਸੀ ਦਾ ਇਹਦੀ ਬੁਨਿਆਦ ਸੀ। ਅੱਛਾ ਜੀ। ਨਹੀਂ, ਉਹ ਕਹਿੰਦੇ ਸੀ ਜਨਾਹ ਸਾਹਿਬ ਨੇ ਮੰਗੀ ਸੀ, ਜੇ ਇਦਾਂ ਦੀ ਕੁਝ ਨਹੀਂ। ਅੱਛਾ, ਇਹ ਇੰਟਰਨੈਸ਼ਨਲ ਕਨਸਪੀਰੇਸੀ ਸੀ। ਜਨਾਹ ਤਾਂ ਬਹੁਤ ਹੀ ਲਿਬਰਲ ਬੰਦਾ ਸੀ। ਅੱਛਾ ਅੱਛਾ। ਮੀਟ ਮੂਟ ਖਾਣ ਵਾਲਾ, ਸਿਗਰਟ ਸ਼ਰਾਬ ਪੀਣ ਵਾਲਾ। ਉਹ ਤਾਂ ਜਿਹੜੇ ਫਨੈਟਿਕ ਮੁਸਲਮਾਨ ਹੈ ਉਹਨਾਂ ਨਾਲ ਉਹਦੀ ਰਾਗੀ ਕੋਈ ਨਹੀਂ ਸੀ ਟਲਦੀ। ਈਵਨ ਤਾਂ ਮੋਸਟ ਮਾਡਰਨ ਮੁਸਲਮਾਨ। ਹਾਂਜੀ 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 ਹਾਂਜੀ, ਠੀਕ। ਕੋਈ ਗੱਲ ਹੀ ਕੋਈ ਨਹੀਂ ਸੀਗੀ। ਹਾਂਜੀ। ਜੇ ਚਲੋ ਮੰਨਿਆ ਕਿ ਜਨਾਹ ਦੇ ਉੱਪਰ ਵੀ ਸਾਰੀ ਚੀਜ਼ ਸੁੱਟ ਦਈ ਹੈ, ਹਾਂਜੀ, ਤਾਂ ਇਕੱਲੇ ਪੰਜਾਬ ਤੇ ਬੰਗਾਲ ਦੀ ਵੰਡ ਕਿਉਂ ਕੀਤੀ? ਕੋਈ ਫਾਰਮੂਲਾ ਵੀ ਹੋ ਸਕਦਾ ਸੀ। ਦੂਸਰੀ ਗੱਲ ਬਾਤ ਹੈ, ਅਗਰ ਤੁਸੀਂ ਹੁਣ ਵੰਡ ਕਰਨ ਚ ਨਹੀਂ ਹੋ, ਹੁਣ ਅਨਫੋਰਚੂਨੇਟਲੀ ਉਸ ਵਕਤ ਜਿਹੜੀ ਹਿੰਦੁਸਤਾਨ ਦੀ ਡੋਮੀਨੇਟਿੰਗ ਪੋਲੀਟੀਕਲ ਫੋਰਸ ਸੀ ਉਹ ਸੀ ਕਾਂਗਰਸ ਐਂਡ ਕਮਿਊਨਿਸਟ ਪਾਰਟੀ। ਹਾਂਜੀ। ਕਾਂਗਰਸ ਪਾਰਟੀ ਬਹੁਤ ਵੱਡਾ ਵਰਗ ਸੀਗਾ
ਜਿਹੜੀ ਕਿ ਕਾਂਗਰਸ ਜਿਹੜਾ ਮੈਂ ਤੇ ਕਹਾਂਗਾ ਕਿ ਹਿੰਦੁਸਤਾਨ ਦਾ ਜਿਹੜਾ ਮਿਡਲ ਕਲਾਸ ਇੰਟੈਲੈਕਚੁਅਲ ਸੀਗਾ ਉਹਨੂੰ ਅੰਗਰੇਜ਼ਾਂ ਨੇ ਮਾਰਕਸਿਜ਼ਮ ਪੜ੍ਹਾ ਕੇ ਉਹਨਾਂ ਨੂੰ ਕਮਿਊਨਿਸਟ ਬਣਾਤਾ। ਜਿਹੜੇ ਇੰਨੇ ਇੰਟੈਲੀਜੈਂਟ ਨਹੀਂ ਸੀਗੇ, ਮੈਡੀਓਕਰ ਸੀਗੇ, ਉਹਨਾਂ ਨੂੰ ਕਾਂਗਰਸ ਪਾਰਟੀ ਚਲਾਈ। ਇਹ ਦੋਨੇ ਜਿਹੜੀਆਂ ਪੋਲੀਟੀਕਲ ਆਊਟਫਿਟਸ ਨੇ, ਕਾਂਗਰਸ ਐਂਡ ਕਮਿਊਨਿਸਟ, ਇਹ ਦੋਨਾਂ ਨੂੰ ਹੀ ਬ੍ਰਿਟਿਸ਼ਰਸ ਨੇ ਪੂਰੀ ਤਰ੍ਹਾਂ ਅੰਡਰਗਰਾਉਂਡ ਜਾਂ ਓਪਨਲੀ ਇਹਨਾਂ ਨੂੰ ਪੈਦਾ ਕੀਤਾ, ਸਪੋਰਟ ਕੀਤਾ। ਕਿਉਂ? ਇਹ ਬਹੁਤ ਵੱਡਾ ਨੁਕਤਾ ਹੈ, ਕਿਉਂਕਿ ਹਿੰਦੁਸਤਾਨ 'ਚ ਇੱਕ ਬਹੁਤ ਵੱਡੀ ਫੋਰਸ ਹੈ ਸਨਾਤਨ ਧਰਮ ਦੇ ਹਿੰਦੂ ਦੀ। ਉਦੋਂ ਉਹ ਹੁਣ 100 ਸਾਲ ਹੋ ਚੱਲਿਆ। ਰਾਸ਼ਟਰੀ ਸੇਵਕ ਸੰਘ ਦੀ ਬੁਨਿਆਦ ਨੂੰ ਮੇਰਾ ਖਿਆਲ 1921 ਵਿੱਚ ਹੀ ਰੱਖੀ ਗਈ ਸੀਗੀ। ਹਾਂਜੀ। ਤੇ ਉਦੋਂ ਰੱਖਣ ਵਾਲੇ ਜਿਹੜੇ ਵੀ ਉਹਦੇ ਫਾਊਂਡਰ ਸੀਗੇ ਉਹ ਇਨ ਦੀ ਬਿਗਨਿੰਗ ਕਾਂਗਰਸ ਦੇ ਵਿੱਚ ਸੀਗੇ, ਲੇਕਿਨ ਜਦੋਂ ਉਹਨਾਂ ਨੇ ਇਹ ਸਾਰੀ ਕਨਸਪੀਰੇਸੀ ਦੇਖੀ ਉਹ ਬਾਹਰ ਨਿਕਲ ਆਏ। ਉਹ ਇੱਕ ਲੰਬਾ ਚੈਪਟਰ ਹੈ ਹਿਸਟਰੀ ਦਾ, ਚਲੋ ਉਹਨੂੰ ਫੇਰ ਕਰਾਂਗੇ, ਆਪਾਂ ਉਹਦੇ ਵਿੱਚ ਵੀ ਨਹੀਂ ਜਾਂਦੇ। ਲੇਕਿਨ ਇੱਕ ਚੀਜ਼ ਸੀ ਕਿ ਚਾਹੇ ਬ੍ਰਿਟਿਸ਼ ਸੀਗੇ, ਚਾਹੇ ਕਾਂਗਰਸ ਪਾਰਟੀ ਸੀ, ਚਾਹੇ ਕਮਿਊਨਿਸਟ ਸੀਗੇ, ਇਹਨਾਂ ਸਾਰਿਆਂ ਨੇ ਆ ਕੇ ਹਿੰਦੁਸਤਾਨ ਦੇ ਵਿੱਚ ਵੈਸਟਰਨ ਕਲਚਰ, ਵੈਸਟਰਨ ਸਾਇੰਸ ਟੈਕਨੋਲੋਜੀ, ਵੈਸਟਰਨ ਲਿਟਰੇਚਰ, ਵੈਸਟਰਨ ਸਿਸਟਮ ਆਫ ਐਜੂਕੇਸ਼ਨ, ਉਸ ਨੂੰ ਇਸ ਤਰੀਕੇ ਦੇ ਨਾਲ ਸਾਡੇ ਜ਼ਿਹਨ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਲੋਲੀ ਮੈਂ ਕਦੇ ਫਿਰ ਤੁਹਾਡੇ ਨਾਲ ਗਲਤ ਕਰਾਂਗਾ ਕਿ ਜਿਹੜੀਆਂ 19ਵੀਂ ਸਦੀ ਦੇ ਵਿੱਚ ਪੰਜਾਬ ਦੇ ਵਿੱਚ ਆਰੀਆ ਸਮਾਜ ਮੂਵਮੈਂਟ ਉੱਠੀ, ਰਾਜਾ ਰਾਮ ਮੋਹਨ ਰਾਏ ਦੀ ਬ੍ਰਹਮੋ ਸਮਾਜ ਮੂਵਮੈਂਟ ਉੱਠੀ, ਜਦ ਸਾਊਥ ਵਿੱਚ ਜੋਤੀ ਫੁੱਲੇ ਦੀ ਮੂਵਮੈਂਟ ਉੱਠੀ, ਇਹ ਸਾਰੀਆਂ ਮੂਵਮੈਂਟਸ ਦਾ ਬੇਸਿਕ ਇੱਕ ਮਕਸਦ ਸੀਗਾ। ਇਹ ਮਤਲਬ ਮੂਵਮੈਂਟ ਉੱਠੀ ਨਹੀਂ, ਉਠਾਈਆਂ ਗਈਆਂ। ਆਲ ਥੀਸ ਵਾਸ ਅੰਗਰੇਜ਼ਾਂ ਨੇ ਉਠਾਈਆਂ ਸੀ ਆਪਣੇ ਵੈਸਟਰਨ ਇੰਟਰਸਟ ਲਈ, ਬਾਈ ਦ ਬ੍ਰਿਟਿਸ਼ਰਸ ਟੂ ਡਿਫੇਮ, ਟੂ ਨਿਊਟਰਲਾਈਜ਼, ਟੂ ਕ੍ਰਿਟਿਸਾਈਜ਼, ਟੂ ਨਲੀਫਾਈ ਦਾ ਸਨਾਤਨ ਧਰਮਾ's ਆਈਡੀਓਲੋਜੀ। ਉਸ ਵਿਚਾਰ ਨੂੰ ਇਹ ਲੋਕ ਕਿਤੇ ਸਮਝ ਨਾ ਜਾਣ। ਉਹ ਮਸਲਾ ਅੱਜ ਵੀ ਚੱਲ ਰਿਹਾ, ਉਹ ਖਤਮ ਨਹੀਂ ਹੋਇਆ। ਅੱਜ ਵੀ ਲੜਾਈ ਹੋਈ ਆ ਜੋ ਇਹ ਤੋਂ 100-150 ਸਾਲ ਪਹਿਲਾਂ ਸੀਗੀ। ਹਾਂਜੀ। ਫਿਰ ਵੀ ਉਹ ਲੋਕ, ਕਿਉਂਕਿ ਮੈਜੋਰਟੀ ਉਹਨਾਂ ਦੀ ਆ, ਮੈਜੋਰਟੀ ਹਿੰਦੁਸਤਾਨ ਦੇ ਵਿੱਚ ਸਨਾਤਨ ਧਰਮ ਨੂੰ ਫੋਲੋ ਕਰਨ ਵਾਲੇ ਹਿੰਦੂਆਂ ਦੀ ਆ। ਉਹਨਾਂ ਵਿੱਚੋਂ ਹੀ ਇਹ ਕਮਿਊਨਿਸਟ ਐਂਡ ਕਾਂਗਰਸੀ ਬ੍ਰਿਟਿਸ਼ਰਸ ਨੇ ਕੱਢ ਕੇ ਪਾਲੇ ਪੂਸੇ ਵੱਡੇ ਕੀਤੇ। ਨਹੀਂ, ਜਿਵੇਂ ਉਹ ਪਾਰਟੀਸ਼ਨ ਵੇਲੇ ਜਿਹੜਾ ਓਰੀਜਨਲ ਕਨਸੈਪਟ ਸੀ ਵੀ ਮੁਸਲਿਮ ਉੱਧਰ ਜਾਣਗੇ, ਹਿੰਦੂ ਜਾਂ ਜਿਹੜੇ ਬਾਕੀ ਸਿੱਖ ਇੱਧਰ ਆਉਣਗੇ, ਉਹ ਤਾਂ ਹੋਇਆ ਨਹੀਂ। ਹੁਣ ਇੱਥੇ 22 ਕਰੋੜ ਹੈਗੇ, ਉਹ ਫਿਰ ਫਾਇਦਾ ਕੀ ਹੋਇਆ? ਮੈਂ ਇਹੀ ਗੱਲ ਦਾ ਤੁਸੀਂ ਜਦੋਂ ਸਵਾਲ ਸ਼ੁਰੂ ਕੀਤਾ ਸੀਗਾ ਕਿ ਅਸੀਂ ਪਾਕਿਸਤਾਨ ਦੇ ਵਿੱਚੋਂ ਸੰਨ 47 ਵਿੱਚ ਸਾਡਾ ਉਜਾੜਾ ਹੋਇਆ। ਹਾਂਜੀ। ਉਸ ਉਜਾੜੇ ਦੇ ਵਿੱਚ ਮੇਰੇ ਵਰਗੇ 21 ਲੱਖ ਪਰਿਵਾਰ ਬਰਬਾਦ ਹੋਏ। ਹਾਂਜੀ। ਮੁਸਲਮਾਨਾਂ ਦਾ ਵੀ ਖੈਰ ਬੜਾ ਨੁਕਸਾਨ ਹੋਇਆ, ਇੱਧਰ ਵੀ ਬੜਾ ਨੁਕਸਾਨ ਹੋਇਆ, ਪਰ ਉਹਨਾਂ ਨਹੀਂ ਹੋਇਆ। ਅੱਛਾ, ਮੁਸਲਮਾਨਾਂ ਦਾ, ਹਿੰਦੂ ਸਿੱਖ ਦਾ ਨੁਕਸਾਨ ਹੋਇਆ। ਅੱਛਾ। ਹਿੰਦੂ ਸਿੱਖ ਦਾ ਜ਼ਿਆਦਾ ਹੋਇਆ ਕਿਉਂਕਿ ਉਹ ਜ਼ਿਆਦਾ ਅਮਾਊਂਟ ਵਿੱਚ ਮਾਤਰਾ ਵਿੱਚ ਇੱਧਰੋਂ ਆਏ ਹੈਗੇ। ਹਾਂ, ਕਿਉਂਕਿ ਮੈਜੋਰਟੀ ਜਿਹੜੀ ਕਨਾਲ ਕਲੋਨੀਜ਼ ਦੀ ਲੈਂਡ ਸੀਗੀ ਉਹਦੇ ਵਿੱਚ ਸਾਡੇ ਮੈਜੋਰਟੀ ਈਸਟ ਪੰਜਾਬ ਤੋਂ ਗਏ ਹੋਏ ਸਿੱਖ ਪੈਜੈਂਟਰੀ ਦੇ ਲੋਕ ਹੀ ਸੀਗੇ। ਹਾਂਜੀ। ਤੋ ਈਵਨ ਕਿ ਜਿਹੜੇ ਉੱਥੇ ਵਪਾਰ ਵੀ ਕਰਦੇ ਸੀਗੇ ਵੱਡੇ ਸ਼ਹਿਰਾਂ 'ਚ, ਉਹ ਹਿੰਦੂ ਸੀ ਮੇਰੇ ਖਿਆਲ ਪੰਜਾਬ ਦੇ। ਹਿੰਦੂ ਵੀ ਸੀ, ਸਿੱਖ ਵੀ ਸੀਗੇ। ਅੱਛਾ, ਸਿੱਖ ਵੀ ਸੀ ਵਪਾਰ ਵੀ। ਜਿਨ੍ਹਾਂ ਨੂੰ ਅਸੀਂ ਖੋਖਰਾਣ ਬਰਾਦਰੀ ਬੋਲਦੇ ਆ। ਖੋਖਰਾਣ, ਅੱਜ ਪੰਜਾਬ ਦੇ ਵਿੱਚ ਤੁਸੀਂ ਦਿੱਲੀ ਤੱਕ ਖੋਖਰਾਣ ਬਰਾਦਰੀ ਬੜੀ ਵੱਡੀ ਬਰਾਦਰੀ ਹੈਗੀ ਆ। ਹਾਂਜੀ। ਉਹ ਖੋਖਰਾਣ ਬਰਾਦਰੀ ਸਾਰੀ ਪਾਕਿਸਤਾਨ ਦਾ ਜੋ ਸਿਆਲਕੋਟ ਦਾ, ਪਿਸ਼ਾਵਰ ਦਾ ਐਂਡ ਪੋਠੋਹਾਰ ਜਿਹੜੀ ਸਾਰੀ ਗੱਲ ਕਹਿੰਦੇ ਨੇ, ਉਹ ਖੋਖਰਾਣ ਬਰਾਦਰੀ ਇੱਕ ਸਿੱਖ ਬਰਾਦਰੀ ਸੀਗੀ। ਉਹ 'ਚ ਹਿੰਦੂ ਵੀ ਸੀਗੇ। ਉਹ ਉਹਨਾਂ ਦੇ ਮੈਜੋਰਟੀ ਕੰਟੈਕਟ ਸਾਡੇ ਈਸਟ ਪੰਜਾਬ ਦੇ ਵਿੱਚ ਸੀਗੇ, ਰਿਸ਼ਤੇਦਾਰ ਵੀ ਸੀਗੇ। ਤੋ ਤੁਸੀਂ ਹੁਣ ਨੋਟ ਕਰਕੇ ਦੇਖੋ ਕਿ ਸੰਨ 47 ਦੀ ਪਾਰਟੀਸ਼ਨ ਵੇਲੇ ਮੈਜੋਰਟੀ ਹਿੰਦੂ ਸਿੱਖ ਪਾਕਿਸਤਾਨ ਤੋਂ ਉੱਠ ਕੇ ਜਿਹੜੇ ਪੰਜਾਬ ਇੱਧਰ ਆਉਂਦੇ ਹੈਗੇ ਆ, ਉਹ ਮੈਜੋਰਟੀ ਉਹੀ ਸੀਗੇ ਜਿਹੜੇ ਕਿ ਇੱਧਰੋਂ ਗਏ ਸੀਗੇ। ਜਿਹੜੇ ਹਿੰਦੂ ਜਾਂ ਸਿੱਖ ਇਨਹੈਬੀਟੈਂਟ ਸੀਗੇ ਪਖਤੂਨ ਦੇ, ਪਿਸ਼ਾਵਰ ਦੇ, ਜਾਂ ਉਹਨਾਂ ਦੇ ਇੱਧਰ ਰੂਟਸ ਨਹੀਂ ਸੀਗੇ, ਉੱਧਰ ਹੀ ਸੀਗੇ। ਉਹ ਅੱਜ ਤੱਕ ਵੀ ਉੱਥੇ ਹੀ ਆ, ਉਹ ਉੱਥੇ ਰਹੇ। ਉਹਨਾਂ ਦੇ ਨਾਲ ਜੋ ਵਰਤਾਰਾ ਹੋਇਆ ਪਾਕਿਸਤਾਨ ਨੇ ਸੰਨ 47 ਤੋਂ ਬਾਅਦ ਜੋ ਕੁਝ ਉਹਨਾਂ ਦੇ ਨਾਲ ਕੀਤਾ, ਉਹ ਬਹੁਤ ਵੱਡਾ ਸਵਾਲ ਹੈ।
ਉਹ ਜਵਾਬ ਮੰਗਦਾ ਹੈਗਾ ਕਿ ਵੀ ਆਹ ਜਿਹੜਾ ਹੁਣ CA ਦੇ ਵਿੱਚ ਮੋਦੀ ਸਰਕਾਰ ਨੇ ਲਿਆਂਦਾ ਕਿ ਵੀ ਇਹ ਜਿਹੜੇ ਪੀੜਤ ਨੇ ਇਹ ਹਿੰਦੂ ਐਂਡ ਮੁਸਲਮਾਨ ਐਂਡ ਬੁੱਧੀ ਐਂਡ ਜੈਨੀ ਜੋ ਉਹਨਾਂ ਨੂੰ ਅਸੀਂ ਇੱਧਰ ਸ਼ਹਿਰੀ ਆਪਣੀ ਸਿਟੀਜ਼ਨਸ਼ਿਪ ਦੇਵਾਂਗੇ। ਬਿਲਕੁਲ ਠੀਕ। ਕਿਉਂਕਿ ਉਹ ਉੱਧਰ ਵਿਚਾਰੇ ਰਹਿ ਗਏ ਸੀਗੇ, ਕਿਉਂਕਿ ਇੱਧਰ ਉਹਨਾਂ ਕਿੱਥੇ ਆਉਂਦੇ ਪਤਾ ਨਹੀਂ ਸੀਗਾ। ਇਹ 'ਚ ਹੁਣ ਗੱਲਬਾਤ ਚਲੋ ਹੋਰ ਪਾਸੇ ਚਲੀ ਜਾਂਦੀ ਹੈਗੀ ਆ, ਲੇਕਿਨ ਇੱਕ ਚੀਜ਼ ਬੜੀ ਪੱਕੀ ਹੈਗੀ ਆ ਕਿ ਜਦੋਂ ਇਹ ਚਾਹੇ ਕਾਂਗਰਸੀ ਚਾਹੇ ਬ੍ਰਿਟਿਸ਼ ਸੀ ਚਾਹੇ ਕਮਿਊਨਿਸਟ ਸੀਗੇ, ਇਹਨਾਂ ਨੇ ਬੈਠ ਕੇ ਜਦੋਂ ਵੀ ਇਹ ਕੋਈ ਕੌਂਸਟੀਟਿਊਐਂਟ ਅਸੈਂਬਲੀ ਜਿਹੜੀ ਕੋਈ ਬਣਾਈ ਸੀਗੀ ਜਿਹ 'ਚ ਫੈਸਲਾ ਕੀਤਾ ਸੀਗਾ ਕਿ ਇਹ ਪਾਕਿਸਤਾਨ ਬਣਾਇਆ ਜਾਵੇ ਤੇ ਐਂਡ ਉਹਦਾ ਆਧਾਰ ਕੀ ਸੀ? ਉਹਦਾ ਆਧਾਰ ਤਾਂ ਇਹੀ ਸੀਗਾ ਕਿ ਇੱਕ ਇਹ ਦੋ ਮਜ਼ਹਬ ਨੇ, ਹਿੰਦੂ ਤੇ ਮੁਸਲਮ। ਮੁਸਲਮ ਉੱਧਰ ਜਾਣਗੇ, ਹਿੰਦੂ ਇੱਧਰ ਰਹਿਣਗੇ। ਅਸੀਂ ਤਾਂ ਇਹੀ ਸੰਨ 47 ਤੋਂ ਸੁਣਦੇ ਆਏ ਸੀਗੇ, ਇਸ ਕਰਕੇ ਪਾਰਟੀਸ਼ਨ ਹੋਈ ਹੈਗੀ ਆ। ਲੇਕਿਨ ਮੇਰਾ ਤਾਂ ਵੈਸੇ ਜਨਮ ਆ ਕੇ ਸੰਨ 48 ਦੀ ਮਾਰਚ ਦਾ ਆ। ਤੋ ਲੇਕਿਨ ਜੋ ਕੁਛ ਵੀ ਅਸੀਂ ਉਹ ਸਾਰੀਆਂ ਚੀਜ਼ਾਂ ਸੁਣਦੇ ਆ ਦੇਖਦੇ ਆ, ਉਹ ਇੰਪ੍ਰੈਸ਼ਨ ਤਾਂ ਮੇਰੇ ਅਨਕੰਸ਼ੀਅਸ ਮਾਈਂਡ ਦੇ ਵਿੱਚ ਹਨ। ਉਹਦੇ ਵੀ ਪਏ ਹੈਗੇ। ਵਾਹਵਾ ਜਦੋਂ ਪਤਾ ਖਬਰ ਆਈ ਕਿ ਵੀ ਸਾਡੇ ਇਹ 4 ਐਲਡਰਸ ਆਫ ਦਾ ਫੈਮਿਲੀ, ਮੇਰੇ ਦਾਦਾ ਜੀ ਸਰਦਾਰ ਰਤਨ ਸਿੰਘ, ਦਾਦਾ ਜੀ ਬ੍ਰਦਰ ਸਰਦਾਰ ਕਰਤਾਰ ਸਿੰਘ, ਮੇਰੇ ਪਿਤਾ ਜੀ ਸਰਦਾਰ ਨਰਿੰਦਰ ਸਿੰਘ ਐਂਡ ਸਰਦਾਰ ਕਰਤਾਰ ਸਿੰਘ ਦੇ ਲੜਕੇ ਸਰਦਾਰ ਹਰਭਜਨ ਸਿੰਘ, ਇਹ 4 ਬੰਦੇ ਕਿੱਥੇ ਸ਼ਹੀਦ ਹੋਏ? ਉਹ ਜਿਹੜੀ ਪ੍ਰੋਸਪੈਰਸ ਹਵੇਲੀ ਸੀ, ਜਿਹੜਾ ਮੈਨੂੰ ਹੁਣ ਪਤਾ ਲੱਗਾ ਕਿ ਉਹਦੇ ਵਿੱਚ 5 ਪਰਿਵਾਰਾਂ ਨੇ ਹਵੇਲੀ ਵੰਡੀ ਹੋਈ ਆ। 5 ਮੁਸਲਿਮ ਪਰਿਵਾਰ ਪ੍ਰੈਜ਼ੈਂਟਲੀ। ਮੇਰੀ ਕੈਨੇਡਾ 'ਚ ਇੱਕ ਭਤੀਜੀ ਰਹਿੰਦੀ ਆ। ਅੱਛਾ। ਉਹ ਪਿਛਲੇ ਸਾਲ ਹੋ ਕੇ ਆਈ। ਅੱਛਾ, ਉਹ ਆਪਣੇ ਐਂਸੈਸਟਰਲ ਘਰ ਵੀ ਗਏ। ਹਾਂ, ਉਹਨੇ ਫਿਰ ਸਾਰੀ ਉੱਥੇ ਦੀ ਫੋਟੋ ਭੇਜੀਆਂ ਤੇ ਉਹ ਦੱਸੇ ਕਿ ਵੀ ਉਹ ਲੋਕ ਸਾਨੂੰ ਸਭ ਤੋਂ ਡਰਦੇ ਸੀਗੇ ਕਿ ਵੀ ਇਹ ਕੌਣ ਆ ਗਏ। ਅਜੇ ਵੀ ਡਰਨਾ ਤਾਂ ਵਾਜਬ ਹੈ ਕਿਉਂਕਿ ਓਰੀਜਨਲ ਮਾਲਕ ਆ ਗਏ ਹੈਗੇ। ਓਰੀਜਨਲ ਹਵੇਲੀ ਦੇ ਵਿੱਚ ਜੋ ਪ੍ਰੋਸਪੈਰਿਟੀ ਸੀ, ਘੱਟੋ ਘੱਟ 4 ਕਨਾਲ ਥਾਂ ਦੇ ਵਿੱਚ ਤਾਂ ਸਾਡਾ ਡੰਗਰਾਂ ਦਾ ਬਾੜਾ ਸੀਗਾ। ਅੱਛਾ, ਬਹੁਤ ਹਿਊਜ ਕੰਪਲੈਕਸ ਸੀ। ਕਿੰਨੀਆਂ ਮੱਝਾਂ ਸੀ, ਕਿੰਨੀਆਂ ਗਾਈਆਂ ਸੀ, ਕਿੰਨੀਆਂ ਬੱਚੀਆਂ ਸੀਗੀਆਂ। ਉਹ ਤਾਂ ਫਿਰ ਬਹੁਤ ਹਿਊਜ ਕੰਪਲੈਕਸ ਸੀ। ਮਤਲਬ ਕੋਈ ਬੰਦਾ ਥੋੜਾ ਸੀਗਾ, ਉਹਨਾਂ ਨੂੰ ਖੁੱਲੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ। 24 ਘੰਟੇ ਸਾਡੀ ਹਵੇਲੀ ਦੇ ਅੱਗੇ ਹਲਟ ਚੱਲਦੀ ਰਹਿੰਦੀ ਹੁੰਦੀ ਸੀ ਤਾਂ ਜੋ ਵਾਟਰ ਸਪਲਾਈ ਸਾਰੀ ਹਵੇਲੀ ਵਿੱਚ ਵੀ, ਘਰ ਦੇ ਵਿੱਚ ਵੀ ਜਿਹੜੀ ਮਾਡਰਨ ਸੈਨੀਟੇਸ਼ਨ ਹੈ, ਸੈਨਟਰੀ ਦਾ ਸਾਰਾ ਸਿਲਸਿਲਾ ਹੈ, ਉਹਨੂੰ ਲੈ ਕੇ ਸਾਡੀ ਉਹ ਇੱਕ ਬਿਊਟੀਫੁਲ ਹਵੇਲੀ ਸੀ। ਠੀਕ ਹੈ, ਮੇਰੇ ਬਜ਼ੁਰਗ ਜੋ ਕੁਝ ਵੀ ਕੀਮਤੀ ਹੈ ਲੈ ਕੇ ਆਏ ਹੋਣਗੇ, ਲੇਕਿਨ ਜਦੋਂ ਰਸਤੇ 'ਚੋਂ ਕੱਸੋਵਾਲ ਤੋਂ ਵਾਪਸ ਮੁੜ ਜਾਂਦੇ ਹੈਗੇ ਆ ਤੇ ਉੱਥੇ ਜਾ ਕੇ ਮੋਹਰੇ ਦੇਖ ਲੈਂਦੇ ਕਿ ਹਵੇਲੀ ਲੁੱਟੀ ਜਾ ਰਹੀ ਆ। ਇੰਨੀ ਮਿਹਨਤ ਕਰਕੇ ਜਿਸ ਚੀਜ਼ ਦੇ ਉੱਪਰ ਪਹੁੰਚਾਈ ਹੋਵੇ, ਤੁਹਾਡੀ ਅੱਖਾਂ ਦੇ ਸਾਹਮਣੇ ਉਹਦੀ ਲੁੱਟ ਹੋ ਰਹੀ ਹੋਵੇ ਤੇ ਫਿਰ ਕਿੱਥੋਂ ਜਰ ਹੁੰਦਾ। ਬਹੁਤ ਵੱਡਾ ਸਦਮਾ ਹੁੰਦਾ। ਹੁਣ ਦੇਖੋ ਨਾ ਕਿ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਐਂਡ ਉਹਨਾਂ ਨੂੰ ਕੀ ਕੀਤਾ ਗਿਆ, ਸੰਸਕਾਰ ਕਰਨ ਉਤਾਰਿਆ, ਦੱਬਣੋਂ ਵੀ ਰਿਹਾ, ਜਾਂ ਕਿਤੇ ਨਹਿਰ ਨੂੰ ਸਿੱਟਤਾ ਹੋਣਾ ਆ ਤੇ ਜਾਂ ਕਿਤੇ ਮਤਲਬ ਕਿ। ਲੇਕਿਨ ਹੁਣ ਆਮ ਕਹਿੰਦੇ ਜੀ ਕਿ ਇਹ ਮੇਰੀ ਮਾਂ ਕਹਿੰਦੀ ਹੁੰਦੀ ਸੀਗੀ ਆਖੇ ਤੇਰੇ ਬਜ਼ੁਰਗਾਂ ਦੀ ਗਤੀ ਨਹੀਂ ਹੋਈ। ਹਾਂ, ਇਹ ਸਾਡੇ ਕਹਿੰਦੇ ਆ ਜਦੋਂ ਪ੍ਰੋਪਰਲੀ ਸੰਸਕਾਰ ਵਗੈਰਾ ਨਾ ਹੋਵੇ ਤੇ ਇਹ ਕਰਦੇ ਵੀ ਉਹ ਇਹ ਪ੍ਰਜ਼ਿਊਮ ਕੀਤਾ ਜਾਂਦਾ ਪਰ ਇਹ ਗਤੀ ਨਹੀਂ ਹੋਈ। ਪਰ ਜਿਸ ਤੱਕ ਪ੍ਰਭੂ ਨੇ ਮੈਨੂੰ ਇਹ ਇਸ ਚੀਜ਼ ਪ੍ਰਤੀ ਨੌਲੇਜ ਦਿੱਤੀ ਹੈਗੀ ਆ, ਇਹ ਮਾਈਂਡ ਐਂਡ ਆਤਮਾ, ਇਹ ਜਦੋਂ ਇਹ ਸਰੀਰ ਛੱਡਦੇ ਆ ਇਹ ਨਿਕਲ ਜਾਂਦੇ ਆ, ਇਹ ਆਪਣੀ ਯਾਤਰਾ ਤੇ ਨਿਕਲ ਜਾਂਦੇ ਹੈਗੇ ਆ, ਨਵੇਂ ਗਰਭ ਦੀ ਤਲਾਸ਼ ਵੀ ਸ਼ੁਰੂ ਹੋ ਜਾਂਦੀ ਹੈਗੀ ਆ। ਤੋ ਉਹ ਅਗੇਨ ਦੈਟਸ ਅਨਦਰ ਫਿਲਾਸਫੀਕਲ ਐਂਡ ਸਪਿਰਿਚੁਅਲ ਟੌਪਿਕ। ਅੱਛਾ, ਉੱਥੇ ਓਰੀਜਨਲ ਕਨਸੈਪਟ ਤੇ ਆਉਣੇ ਡਾਕਟਰ ਸਾਹਿਬ, ਮੁਸਲਿਮ ਇੱਥੇ 20-22 ਕਰੋੜ ਹੈਗੇ ਆ, ਉੱਥੇ ਨਹੀਂ ਗਏ ਤੇ ਫਿਰ ਹੋਰ ਕੋਈ ਆਲਟਰਨੇਟਿਵ? ਜੇ ਕੰਟਰੀ ਇੱਕ ਰਹਿ ਜਾਂਦਾ, ਮੁਸਲਿਮ ਉੱਧਰ ਚਲ ਜਾਂਦੇ, ਇੱਦਾਂ ਰਹੀ ਜਾਂਦਾ, ਇਹ ਲੜਾਈਆਂ ਪਤਾ ਨਹੀਂ ਕੀ ਕੁਛ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਕਿ ਇਹਦੇ ਬਾਰੇ? ਉਹੀ ਆਖਣਾ ਕਿ ਜਿਵੇਂ ਜਿਵੇਂ ਮੈਂ ਵੱਡਾ ਹੋਇਆ, ਪਹਿਲਾਂ ਤਾਂ ਸਾਡੀ ਕੰਡੀਸ਼ਨਿੰਗ ਹੀ ਬਚਪਨ ਤੋਂ ਲੈ ਕੇ ਇਹੋ ਜਿਹੀ ਸੀਗੀ, ਸਾਡੀ ਐਜੂਕੇਸ਼ਨ ਸਿਸਟਮ ਦੀ, ਸਾਡੇ ਘਰ ਦੀ, ਸਾਨੂੰ ਇਸ ਚੀਜ਼ ਦਾ ਸਾਨੂੰ ਕੋਈ ਇਲਮ ਹੀ ਨਹੀਂ ਹੋਣ ਦਿੱਤਾ ਕਿ ਸੰਨ 47 ਵਿੱਚ ਸਾਡੇ ਨਾਲ ਕੋਈ ਜ਼ਬਰਦਸਤ ਟ੍ਰੈਜਡੀ ਹੋਈ ਹੈਗੀ। ਹੌਲੀ ਹੌਲੀ ਐ ਬੜੀ ਹੈਰਾਨੀ ਵਾਲੀ ਗੱਲ ਪਤਾ ਭਾਰਤ ਸਾਹਿਬ, ਆ ਜਿਹੜੇ ਹਿੰਦੁਸਤਾਨ ਦੇ ਮਾਰਕਸਿਸਟ ਐਂਡ ਕਮਿਊਨਿਸਟ ਲੋਕ ਨੇ, ਪੰਜਾਬ ਇਹਨਾਂ ਲੋਕਾਂ ਨਾਲ ਅੱਜ ਵੀ ਭਰਿਆ ਪਿਆ। ਲਿਟਰੇਰੀ ਸਰਕਲ ਜੋ ਪੰਜਾਬੀ ਲਿਟਰੇਚਰ ਹੈ ਉਹ ਤਾਂ ਸਾਰੇ ਅੱਜ ਵੀ ਲੈਫਟਿਸਟ ਨੇ। ਉਹੀ ਥਿੰਕਿੰਗ ਹੈ ਅੱਜ ਵੀ। ਮੈਂ ਬੜਾ ਹੈਰਾਨ ਹੁੰਦਾ ਹੈਗਾ ਆ ਕਿ ਮੈਂ ਜੋ ਸੰਨ 97 ਵਿੱਚ ਆਪਣੀ
ਪਹਿਲੀ ਕਿਤਾਬ ਲਿਖੀ ਸੀਗੀ 33 ਮਾਰ ਪਈ, ਉਹ ਮੇਰੀ ਇਹਨਾਂ ਕਹਾਣੀਆਂ ਤੇ ਸੀਗੀ। ਉਹ ਅੱਛਾ। ਤੇ ਮੈਂ ਲੱਭਾ ਕਿ ਪਾਰਟੀਸ਼ਨ ਦੇ ਉੱਪਰ ਕਿੰਨੀਆਂ ਕੁ ਹੋਰ ਕਿਤਾਬਾਂ ਲਿਖੀਆਂ ਗਈਆਂ। ਬੜੀ ਹੈਰਾਨੀ ਆਉਂਦੀ ਹੈਗੀ ਆ ਕਿ ਇਹ ਇਤਨੇ ਵੱਡੇ ਵੱਡੇ ਰਾਈਟਰ ਹੋਏ ਨੇ, ਕਵਿਤਾਵਾਂ ਲਿਖਣ ਵਾਲੇ, ਕਹਾਣੀਆਂ, ਨਾਵਲ ਲਿਖਣ ਵਾਲੇ, ਲੇਕਿਨ ਪਾਰਟੀਸ਼ਨ ਦੇ ਉੱਪਰ ਤੁਹਾਨੂੰ ਬੜਾ ਲਿਮਟਡ ਲਿਟਰੇਚਰ ਮਿਲੇਗਾ, ਖਾਸ ਤੌਰ ਤੇ ਪੰਜਾਬੀ ਲਿਟਰੇਚਰ। ਉਹ ਇਹ ਤਾਂ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ, ਪਰ ਉਹ ਲਿਟਰੇਚਰ ਉੱਪਰ ਕਮਿਊਨਿਸਟਾਂ ਦਾ ਕਬਜ਼ਾ ਸੀ। ਉਹ ਅੱਛਾ। ਅੱਜ ਵੀ ਕਮਿਊਨਿਸਟਾਂ ਐਂਡ ਮਾਰਕਸਵਾਦੀਆਂ ਦਾ ਕਬਜ਼ਾ ਲਿਟਰੇਚਰ ਤੇ ਆ। ਸਮਝੇ, ਠੀਕ ਬਿਲਕੁਲ। ਉਹ ਇਸ ਚੀਜ਼ ਨੂੰ ਸਪੋਰਟ ਕੀਤਾ ਸੀ ਉਹਨਾਂ ਨੇ, ਕਮਿਊਨਿਸਟਾਂ ਨੇ, ਕਿ ਪਾਰਟੀਸ਼ਨ ਦੀ ਮੁਸਲਮਾਨਾਂ ਨੂੰ ਵੱਖਰੀ ਸਟੇਟ ਦਿੱਤੀ ਜਾਵੇ। ਇਸ ਕਰਕੇ ਉਹਨਾਂ ਨੇ ਸ਼ਾਇਦ ਬਹੁਤ ਪਬਲਿਸ਼ ਹੋਣ ਵੀ ਨਹੀਂ ਦਿੱਤਾ ਹੋਣਾ। ਹਾਂ, ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਹਦੀ ਬੁਨਿਆਦ ਰੱਖੀ ਗਈ 2 ਰਾਸ਼ਟਰ, ਕਿ ਆ ਹਿੰਦੂ ਆ ਤੇ ਆ ਸਿੱਖ ਮੁਸਲਮਾਨ ਆ, ਮੁਸਲਮਾਨਾਂ ਨੂੰ ਵੱਖਰਾ ਰਾਜ ਦਿੱਤਾ ਜਾਵੇ। ਉਸ ਵਕਤ ਦੀ CPI ਨੇ ਇਹਨੂੰ ਸਪੋਰਟ ਕੀਤਾ। ਅਦਰਵਾਈਜ਼ ਹੁਣ ਤੁਹਾਨੂੰ ਮੈਂ ਹੋਰ ਗੱਲ ਦੱਸਾਂ, CPI ਚੋਂ CPM ਨਿਕਲੀ ਕਿਉਂਕਿ ਉਹਨਾਂ ਨੇ ਚਾਈਨਾ ਨੂੰ ਸਪੋਰਟ ਕੀਤਾ ਸੀਗਾ। ਉਹਨਾਂ ਦੇ ਵਿੱਚੋਂ ਇੱਕ ਹੋਰ ਨਿਕਲੀ CPI ML। ਨੈਕਸਟ ਸਲਾਈਡ, ਇਹ ਕਿਵੇਂ ਨਿਕਲੇ ਹੋਏ ਸੀ? ਨੈਕਸਟ ਸਲਾਈਡ, ਇਹ ਨਕਸਲਵਾੜੀ ਮੂਵਮੈਂਟ ਦੇ ਵਿੱਚੋਂ ਕਾਨੂੰ ਸੁਨਿਆਲ, ਚਾਰੂ ਮਜ਼ੂਮਦਾਰ ਨੇ ਜਦੋਂ ਚਲਾਈ ਇਹ, ਤੇ ਉਹਦੇ ਵਿੱਚੋਂ ਨਿਕਲੇ। ਜਦੋਂ ਮੈਂ ਜਵਾਨ ਹੋਣਾ ਆਇਆ, ਮੈਡੀਕਲ ਕਾਲਜ ਜਾਣਾ ਹੈਗਾ ਆ, ਤੇ ਮੇਰਾ ਪਹਿਲਾ ਵਾਸਤਾ ਜੋ ਕੇਂਦਰ ਨਾਲ ਪੈਂਦਾ, ਉੱਥੋਂ ਮੈਨੂੰ ਲੈਫਟ ਮੂਵਮੈਂਟ ਦੀ ਸਮਝ ਆਉਂਦੀ ਹੈਗੀ ਆ। ਐਂਡ ਇਹ ML ਦੇ ਨਕਸਲਾਈਟ ਵਿਦਵਾਨਾਂ ਦੇ ਨਾਲ ਮੁਲਾਕਾਤ ਹੁੰਦੀ ਹੈਗੀ, ਔਰ ਸਾਡਾ ਲਿਟਰੇਚਰ ਦਿੰਦੇ ਸੀਗੇ। ਬੜੀ ਦੇਰ ਬਾਅਦ ਜੋ ਸਮਝ ਮੈਂ ਬਾਅਦ ਦੱਸਾਂਗਾ, ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ। CPI ਨੇ ਤਾਂ 47 ਵਿੱਚ ਡਿਵੀਜ਼ਨ ਨੂੰ ਸਮਰਥਨ ਦਿੱਤਾ ਸੀ। ਹਾਂਜੀ, ਆ ਜਿਹੜੇ ਇਸ ਵੇਲੇ ਵੀ ਐਕਟਿਵ ਨੇ ਮਾਓਇਸਟ ਐਂਡ ਮਾਰਕਸਿਸਟ ਲੈਨਿਸਟ ਲੋਕ ਨੇ, ਇਹਨਾਂ ਦਾ ਲਿਟਰੇਚਰ ਨੇ ਸਾਨੂੰ ਕੀ ਪੜ੍ਹਾਇਆ ਕਿ ਹਿੰਦੁਸਤਾਨ ਇੱਕ ਮਲਟੀਨੈਸ਼ਨਲ ਸਟੇਟ ਆ। ਇਹ ਨੁਕਤਾ ਨੋਟ ਕਰਨ ਵਾਲਾ, ਮਲਟੀਨੈਸ਼ਨਲ ਸਟੇਟ। ਅੱਛਾ। ਅਸੀਂ ਕਹਿੰਦੇ ਹੈਗੇ ਆ ਜਿਹੜੇ ਹਿੰਦੂ ਆ, ਅਸੀਂ ਇੱਕ ਸਿਵਲਾਈਜੇਸ਼ਨ ਆ, ਸਾਡਾ ਇੱਕ ਕਲਚਰ ਹੈ, ਅਸੀਂ ਇੱਕ ਨੇਸ਼ਨ ਆ। ਲੇਕਿਨ ML ਲਿਟਰੇਚਰ ਕਹਿੰਦਾ ਹੈਗਾ, ਮਾਰਕਸ ਲੈਨਿਨਿਸਟ ਲਿਟਰੇਚਰ, ਮਾਓਇਸਟ ਲਿਟਰੇਚਰ ਕਹਿੰਦਾ ਹੈ ਹਿੰਦੁਸਤਾਨ ਇਜ਼ ਏ ਮਲਟੀਨੈਸ਼ਨਲ ਸਟੇਟ। ਉਹ ਜਿਹੜੀਆਂ ਕਸ਼ਮੀਰ ਤੋਂ ਲੈ ਕੇ ਜਿੰਨੇ ਵੀ ਸਾਡੇ ਲੈਂਗੁਏਜ ਤੇ ਜੀਓਗ੍ਰਾਫੀਕਲ ਡਿਸਟ੍ਰੀਬਿਊਟਡ ਸਾਡੇ ਸੂਬੇ ਨੇ, ਹਾਂਜੀ, ਇਹਨਾਂ ਨੂੰ ਉਹ ਸਬ ਨੇਸ਼ਨਸ ਕਹਿੰਦੇ ਨੇ, ਸਮਾਲ ਨੈਸ਼ਨੈਲਿਟੀਜ਼ ਕਹਿੰਦੇ ਨੇ। ਅੱਛਾ ਜੀ। ਇਹ ਜਿਹੜੇ ਉਹਨਾਂ ਨੇ ਉਹਨਾਂ ਵਕਤਾਂ ਵਿੱਚ ਇਹ 18-20 ਸੀਗੇ, ਹੁਣ ਤਾਂ ਵੱਧ ਗਈਆਂ ਇਹ। ਹਾਂਜੀ। ਉਹ ਕਹਿੰਦੇ ਨੇ ਕਿ ਇਹ ਜਿਹੜੀਆਂ ਇਹ ਅਸੀਂ ਕਸ਼ਮੀਰ, ਪੰਜਾਬ, ਸਿੰਧ, ਗੁਜਰਾਤ ਥੱਲੇ ਤੱਕ ਸਾਰਾ ਕਰਕੇ ਇਹ ਸਾਰੇ ਸਮਾਲ ਨੈਸ਼ਨੈਲਿਟੀਜ਼ ਨੇ, ਮਲਟੀ ਨੇਸ਼ਨਸ, ਇਹਨਾਂ ਨੂੰ ਇਕੱਠਾ ਕਰਕੇ ਮਲਟੀ ਨੇਸ਼ਨ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਇਹਨਾਂ ਨੂੰ ਆਪੇ ਨਿਰਣੇ ਦਾ ਹੱਕ ਚਾਹੀਦਾ। ਐਂਡ ਉਹਨਾਂ ਦੇ ਲਿਟਰੇਚਰ ਵਿੱਚ ਸ਼ਰੇਆਮ ਹੈ ਕਿ ਹਿੰਦੁਸਤਾਨ ਅੱਜ ਨਹੀਂ ਕੱਲ ਡਿਸਇੰਟੈਗਰੇਟ ਹੋ ਕੇ ਰਹੇਗਾ। ਮਤਲਬ ਇਹ ਸਾਰੀਆਂ ਸਟੇਟਾਂ ਆਪਣੀ ਡਿਸਇੰਟੈਗਰੇਟ ਹੋ ਜਾਣਗੀਆਂ। ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਹਿੰਦੁਸਤਾਨ ਦੀ ਰੂਹੇ ਰਵਾਂ ਹੈ, ਉਹਦੀ ਕੌਨਸ਼ੀਅਸਨੈਸ। ਹਿੰਦੁਸਤਾਨ ਖੜਾ, ਭਾਰਤ ਖੜਾ ਹੈਗਾ ਚੇਤਨਾ ਦੇ ਉੱਪਰ। ਹਾਂਜੀ। ਤਾਂ ਉਸ ਚੇਤਨਾ ਤੁਸੀਂ ਵੰਡ ਨਹੀਂ ਸਕਦੇ। ਬਿਲਕੁਲ ਠੀਕ। ਇਹ ਖਿਆਲ ਉਦੋਂ 47 ਵਿੱਚ ਇਹਨਾਂ ਨੂੰ ਨਹੀਂ ਆਇਆ। ਹੌਲੀ ਜਦੋਂ ਮੈਂ ਇਹਨਾਂ ਚੀਜ਼ਾਂ ਦੀ ਸਮਝ ਆਈ, ਮੈਂ ਸਵਾਲ ਰੇਜ਼ ਕਰਦਾ ਸੀਗਾ ਕਿ ਵੀ ਅਸੀਂ ਕੋਈ ਪਾਪ ਕੀਤੇ ਸੀਗੇ? ਆ 21 ਲੱਖ ਪਾਪੂਲੇਸ਼ਨ ਨੇ ਜਿਹੜੀ ਬਰਬਾਦ ਕੀਤੀ ਗਈ। ਇਹ ਹਿੰਦੁਸਤਾਨ 'ਚ ਹੁਣ ਮੁਸਲਮਾਨ ਕਿਉਂ ਆ? ਜੇ ਹਿੰਦੁਸਤਾਨ 'ਚ ਮੁਸਲਮਾਨ ਹੈ ਤਾਂ ਸਾਨੂੰ ਕਿਉਂ ਨਹੀਂ ਆਪਣੀ ਜ਼ਮੀਨ ਉੱਪਰ ਰਹਿਣ ਦਿੱਤਾ ਗਿਆ? ਜੇ ਬੀਇੰਗ ਸਿੱਖ ਉੱਥੇ ਰਹਿੰਦੇ, ਤੁਸੀਂ ਉੱਥੇ ਤੁਹਾਡਾ ਵੰਸ਼ ਉੱਥੇ ਚੱਲੀ ਜਾਂਦਾ, ਪ੍ਰੋਸਪੈਰਿਟੀ ਉੱਤੇ ਰਹਿੰਦੀ, ਸਾਨੂੰ ਕਿਉਂ ਬਰਬਾਦ ਕੀਤਾ ਗਿਆ? ਹਾਂਜੀ, ਬਿਲਕੁਲ ਠੀਕ ਹੈ। ਮੇਰਾ ਪਰਿਵਾਰ ਜਿਸ ਤਰੀਕੇ ਨਾਲ ਉਜੜਿਆ ਹੈਗਾ, ਅੱਜ ਤੱਕ ਕੋਈ ਤਿਣਕਾ ਕਿਤੇ ਡਿੱਗਿਆ, ਕੋਈ ਤਿਣਕਾ ਕਿਤੇ ਡਿੱਗਿਆ, ਅਸੀਂ ਅੱਜ ਤੱਕ ਨਹੀਂ ਇਕੱਠੇ ਹੋ ਸਕੇ। ਇੰਨੀ ਬੁਰੀ ਤਰ੍ਹਾਂ ਬਰਬਾਦੀ ਹੋਈ ਹੈਗੀ ਆ। ਬਟ ਇਹ ਜਿਹੜੀਆਂ ਪੋਲੀਟੀਕਲ ਪਾਰਟੀਜ਼ ਦੇ ਇਹ ਵੈਸਟਡ ਇੰਟਰਸਟ ਨੇ, ਚਲੋ ਜੇ ਤੁਸੀਂ ਹੁਣ ਮੁਸਲਮਾਨਾਂ ਨੂੰ ਵੱਖਰਾ ਦੇਸ਼ ਦੇ ਦਿੱਤਾ ਤੇ ਮੰਨੋ ਕਿ ਹਿੰਦੁਸਤਾਨ ਵੀ ਇੱਕ ਹਿੰਦੂ ਰਾਸ਼ਟਰ ਆ। ਇਹ ਸੈਕੂਲਰਿਜ਼ਮ ਕਿੱਥੋਂ ਆ ਗਿਆ? ਮੈਂ 1 ਮਿੰਟ ਤੁਹਾਡਾ ਲੈਣਾ ਚਾਹੁੰਦਾ ਸੈਕੂਲਰਿਜ਼ਮ ਦੇ ਉੱਪਰ। ਚਲੋ ਦੱਸੋ, ਬਾਕੀ ਆਪਾਂ ਅਗਲੇ ਐਪੀਸੋਡ 'ਚ ਕਰਾਂਗੇ। ਤੁਸੀਂ 1 ਮਿੰਟ ਲੈ ਲਓ। 1 ਮਿੰਟ। ਸੈਕੂਲਰਿਜ਼ਮ ਇਹ ਹੈਗਾ, ਸੈਕੂਲਰਿਜ਼ਮ ਦਾ ਮਤਲਬ ਹੁੰਦਾ ਸੰਸਾਰਿਕ। ਹਾਂਜੀ। ਇਸ ਰੂਲ ਕਰਨ ਵਾਸਤੇ, ਕਿਸੇ ਦੇਸ਼ ਨੂੰ ਰੂਲ ਕਰਨ ਵਾਸਤੇ ਇੱਕ ਸੰਸਾਰਿਕ ਕਨਸਟੀਟਿਊਸ਼ਨ ਬਣਾਇਆ ਜਾਂਦਾ, ਜਿਹਦੇ ਵਿੱਚ ਸਭ ਨੇ ਉਹਨੂੰ ਫੋਲੋ ਕਰਨਾ। ਧਰਮ ਦਾ ਉਹਨਾਂ ਕੋਈ ਸੰਬੰਧ ਨਹੀਂ, ਧਰਮ ਆਪਣੇ ਥਾਂ ਤੇ, ਮਜ਼ਹਬ ਆਪਣੇ ਥਾਂ ਤੇ। ਜਿਹੜੀ ਕਮਿਊਨਿਟੀ ਆਪਣਾ ਮਜ਼ਹਬ ਧਰਮ, ਉਹ ਆਪਣੇ ਇੰਡੀਪੈਂਡੈਂਟ ਹੈ, ਲੇਕਿਨ ਕਨਸਟੀਟਿਊਸ਼ਨ ਨੂੰ ਫੋਲੋ ਕਰੋ।
ਹਿੰਦੁਸਤਾਨ ਆਏ ਆ ਸਾਨੂੰ ਤਾਂ ਪਤਾ ਚੱਲਾਗਾ ਇੱਥੇ ਤਾਂ ਜਿਹੜੇ ਹਿੰਦੁਸਤਾਨ ਦਾ ਮੁਸਲਮਾਨ ਹੈਗਾ ਬਹੁਤ ਇੰਟੈਲੀਜੈਂਟ ਆ, ਬੜਾ ਬੀਬਾ ਸਾਡੇ ਹੀ ਹੈ ਐਨਸੈਸਟਰ, ਉਹਨਾਂ ਦੇ ਬਾਪ ਦਾਦਾ ਸਾਡੇ ਹਿੰਦੂ ਨੇ। ਠੀਕ ਠੀਕ। ਲੇਕਿਨ ਇੱਥੇ ਆ ਕੇ ਇਹਨਾਂ ਕਾਂਗਰਸੀਆਂ ਕਮਿਊਨਿਸਟਾਂ ਨੇ ਮੁਸਲਿਮ ਪਰਸਨਲ ਲਾ ਬਣਾਤਾ। ਵਾਟ ਡਸ ਇਟ ਮੀਨ? ਹੋਰ ਤਾਂ ਹੋਰ ਆ ਮਨਮੋਹਨ ਸਿੰਘ ਵਰਗੇ ਪ੍ਰਾਈਮ ਮਿਨਿਸਟਰ ਆਖ ਰਹੇ ਨੇ ਕਿ ਹਿੰਦੁਸਤਾਨ ਦੇ ਵਸੀਲਿਆਂ ਪਰ ਪਹਿਲਾ ਅਧਿਕਾਰ ਮੁਸਲਮਾਨਾਂ ਦਾ। ਉਹ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ? ਇਸ ਦੇਸ਼ ਨੂੰ ਬਰਬਾਦ ਕਰਕੇ ਤੁਸੀਂ ਇਹ ਕਿਹੜਾ ਸੈਕੂਲਰਿਜ਼ਮ ਹੋਇਆ? ਬਿਲਕੁਲ ਠੀਕ ਠੀਕ, ਬਿਲਕੁਲ। ਸਮਝੋ ਤਾਂ ਸਹੀ ਕਿ ਸੈਕੂਲਰਿਜ਼ਮ ਦਾ ਮਤਲਬ ਕੀ ਹੈਗਾ। ਜਿਹੜਾ ਵਿਅਕਤੀ ਇੱਕ ਸੰਸਾਰਿਕ ਕਨਸਟੀਟਿਊਸ਼ਨ ਨੂੰ ਫੋਲੋ ਕਰ ਰਿਹਾ ਉਹ ਸੈਕੂਲਰ ਆ। ਜਿਹੜਾ ਆਪਣੀ ਸ਼ਰੀਅਤ ਦੇ ਉੱਪਰ ਖੜਾ ਹੈਗਾ ਆ ਉਹ ਫਨੈਟਿਕ ਆ। ਉਹਨੂੰ ਉਸ ਜਾਂ ਤਾਂ ਹੁਣ ਕਾਮਨ ਸਿਵਲ ਕੋਡ ਆਵੇ, ਆਉਣਾ ਚਾਹੀਦਾ ਹੈਗਾ। ਇਹ ਜੋ ਕੋ ਸਾਰੇ ਰਿਫਾਰਮਸ ਮੋਦੀ ਸਰਕਾਰ ਲਿਆ ਰਹੀ ਹੈਗੀ ਆ, ਇਹ ਹਿੰਦੁਸਤਾਨ ਦਾ ਰੈਵੋਲੂਸ਼ਨ ਆ। ਐਂਡ ਇਸ ਰੈਵੋਲੂਸ਼ਨ ਤੋਂ ਰੈਸਟ ਆਫ ਦਾ ਵਰਲਡ ਡਰ ਰਿਹਾ। ਨਹੀਂ ਡਾਕਟਰ ਸਾਹਿਬ, ਆਪਾਂ ਇਹ ਤੋਂ 2-3 ਐਪੀਸੋਡ ਇੱਦਾਂ ਹੀ ਕੰਟੀਨਿਊ ਕਰਾਂਗੇ। ਫਿਰ ਹਾਲੇ ਸਾਡਾ 30 ਮਿੰਟ ਹੋ ਗਏ ਹੈਗੇ ਆ। ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਤੁਸੀਂ ਬਹੁਤ ਇਹੋ ਗੱਲਾਂ ਮੇਰੇ ਖਿਆਲ ਪਹਿਲੀ ਵਾਰੀ ਖੁੱਲ੍ਹ ਕੇ ਕੀਤੀਆਂ। ਬਹੁਤ ਬਹੁਤ ਮਿਹਰਬਾਨੀ। ਦਰਸ਼ਕੋ, ਉਸ दैवी शक्ति को प्रणाम। थैंक यू डॉक्टर साहब, थैंक यू।